ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਸੀਂ ਅੱਜ ਦਾ ਕੰਮ ਸ਼ੁਰੂ ਕਰਦੇ ਹਾਂ। ਅੱਜ ਅਸੀਂ ਕਵਿਤਾ ਮਾਨ ਪੰਜਾਬੀ ਦਾ ਅੱਗੇ ਸ਼ੁਰੂ ਕਰਦੇ ਹਾਂ। ਵਿਦਿਆਰਥੀਓ, ਅੱਗੇ ਕਵੀ ਕਹਿ ਰਿਹਾ ਹੈ, ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਇਸ ਰਾਣੀ ਨੂੰ ਆਪਣੇ ਘਰ ਹੀ ਜ਼ਿੱਲਤ ਮਿਲਦੀ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਕਵੀ ਆਪਣੇ ਭਾਵ ਪ੍ਰਗਟ ਹੋਇਆ ਕੀ ਕਹਿ ਰਿਹਾ ਹੈ ਕਿ ਹਰ ਦਫ਼ਤਰ ਵਿੱਚ ਪੰਜਾਬੀ ਨੂੰ ਕਦੇ ਵੀ ਇੱਜ਼ਤ ਨਹੀਂ ਮਿਲੀ। ਭਾਵ ਕਿ ਦਫ਼ਤਰਾਂ ਵਿੱਚ ਵੀ ਜਿਹੜੇ ਹਿੰਦੀ ਔਰ ਅੰਗਰੇਜ਼ੀ ਮੀਡੀਅਮ ਦੁਆਰਾ ਹੀ ਸਾਰੇ ਕੰਮਕਾਜ ਕੀਤੇ ਜਾਂਦੇ ਹਨ, ਪੰਜਾਬੀ ਵਿੱਚ ਕੋਈ ਕੰਮ ਹੀ ਕੀਤਾ ਜਾਂਦਾ ਹੈ। ਪੰਜਾਬੀ ਮਾਂ ਬੋਲੀ ਨੂੰ ਰਾਣੀ ਆਖਿਆ ਜਾਂਦਾ ਹੈ, ਪਰ ਇਸ ਦੀ ਆਪਣੇ ਘਰ ਵਿੱਚ ਹੀ ਬੇਕਦਰੀ ਕੀਤੀ ਜਾਂਦੀ ਹੈ, ਨਿਰਾਦਰੀ ਕੀਤੀ ਜਾਂਦੀ ਹੈ। ਕਦ ਕੁਰਸੀ 'ਚੋਂ ਗੂੰਜੇਗਾ ਫੁਰਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਨ ਪੰਜਾਬੀ ਦਾ। ਅੱਗੇ ਕਵੀ ਇਹ ਪੁੱਛਣਾ ਚਾਹ ਰਿਹਾ ਹੈ, ਇਹ ਜਾਣਨਾ ਚਾਹ ਰਿਹਾ ਹੈ ਕਿ ਕਦੋਂ ਕੁਰਸੀ 'ਚੋਂ ਪੰਜਾਬੀ ਦਾ ਹੁਕਮ ਗੂੰਜੇਗਾ। ਭਾਵ ਕਦੋਂ ਵੱਡੇ ਅਧਿਕਾਰੀਆਂ ਵੱਲੋਂ ਪੰਜਾਬੀ ਦੇ ਹੱਕ ਵਿੱਚ ਇਹ ਹੁਕਮ ਦਿੱਤਾ ਜਾਵੇਗਾ ਕਿ ਪੰਜਾਬੀ ਨੂੰ ਹਰ ਪੱਧਰ ਉੱਪਰ ਵਿਵਹਾਰਿਕ ਰੂਪ ਵਿੱਚ ਵਰਤਿਆ ਜਾਵੇ। ਕਵੀ ਚਾਹੁੰਦਾ ਹੈ ਕਿ ਸਾਡਾ ਰੋਮ ਰੋਮ ਇਹੀ ਕਹਿ ਉੱਠੇ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਪਰ ਮਾਣ ਹੈ। ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਿਭਾਉਂਦੇ ਹਾਂ। ਅੱਗੇ ਕਵੀ ਅੰਗਰੇਜ਼ੀ ਭਾਸ਼ਾ ਨੂੰ ਬੇਗਾਨੀ ਭਾਸ਼ਾ ਕਹਿੰਦਾ ਹੋਇਆ ਕਹਿ ਰਿਹਾ ਹੈ ਕਿ ਅਸੀਂ ਇਸ ਨੂੰ ਬਹੁਤ ਹੀ ਚਾਅ ਨਾਲ ਜੱਫੀਆਂ ਪਾਉਂਦੇ ਹਾਂ, ਅਰਥਾਤ ਬਹੁਤ ਪਿਆਰ ਕਰਦੇ ਹਾਂ, ਬੜੇ ਮਾਣ ਨਾਲ ਅੰਗਰੇਜ਼ੀ ਨੂੰ ਬੋਲਦੇ ਹਾਂ। ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਿਭਾਉਂਦੇ ਹਾਂ, ਮਤਲਬ ਭਾਵ ਕਿ ਅਸੀਂ ਹਿੰਦੀ ਨੂੰ ਵੀ ਬੜੇ ਸਤਿਕਾਰ ਨਾਲ ਬੋਲਦੇ ਹਾਂ। ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕਹਿ ਰਿਹਾ ਹੈ, ਮਾਂ ਰੁਲਦੀ ਭਾਵ ਸਾਡੀ ਮਾਂ ਬੋਲੀ ਪੰਜਾਬੀ ਰੁਲਦੀ ਪਈ ਹੈ, ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਪੁੱਤਰ ਦਾ ਇੱਥੇ ਅਰਥ ਸਾਡੇ ਸਾਰਿਆਂ ਤੋਂ ਹੈ ਕਿ ਅਸੀਂ ਪੰਜਾਬੀ ਦਾ ਕੋਈ ਵੀ ਧਿਆਨ ਨਹੀਂ ਕਰਦੇ, ਕਿ ਉਸ ਦੀ ਕੋਈ ਵੀ ਕਦਰ ਨਹੀਂ ਕਰ ਰਿਹਾ। ਅਸੀਂ ਸਾਰੇ ਹਿੰਦੀ ਅਤੇ ਅੰਗਰੇਜ਼ੀ ਬੋਲਣ ਵਿੱਚ ਹੀ ਮਾਣ ਮਹਿਸੂਸ ਕਰਦੇ ਹਾਂ, ਪਰ ਕਵੀ ਸਾਨੂੰ ਬਾਰ-ਬਾਰ ਇਹੀ ਕਹਿ ਰਿਹਾ ਹੈ ਕਿ ਸਾਨੂੰ ਸਾਡੇ ਜ਼ਰੇ ਜ਼ਰੇ ਨੂੰ ਆਪਣੇ ਪੰਜਾਬੀ ਬੋਲਣ ਵਿੱਚ ਅਤੇ ਪੰਜਾਬੀ ਹੋਣ ਵਿੱਚ ਮਾਣ ਹੋਣਾ ਚਾਹੀਦਾ ਹੈ। ਜੱਫੀਆਂ ਪਾਉਣੀਆਂ ਬੱਚਿਓ ਮਤਲਬ ਪਿਆਰ ਕਰਨਾ, ਸੀਸ ਨਿਭਾਉਣਾ, ਨਮਸਕਾਰ ਕਰਨਾ, ਸਤਿਕਾਰ ਕਰਨਾ। ਰੁਲਦੀ ਭਾਵ ਭਟਕਦੀ। ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਸ਼ਾਲਾ ਵਸਦਾ ਰਵੇ ਹਮੇਸ਼ ਜਹਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਬੱਚਿਓ, ਅੱਗੇ ਕਵੀ ਕਹਿ ਰਿਹਾ ਹੈ ਕਿ ਜਿਹੜਾ ਸਾਡਾ ਘਰ ਹੈ ਉਹ ਹਮੇਸ਼ਾ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ, ਪਰ ਜੇਕਰ ਮਾਂ ਦੇ ਨਾਲ ਮਾਸੀ ਵੀ ਹੋਵੇ, ਕਿਉਂਕਿ ਮਾਸੀ ਵੀ ਸਾਨੂੰ ਮਾਂ ਜਿੰਨਾ ਹੀ ਪਿਆਰ ਕਰਦੀ ਹੈ, ਮਾਸੀ ਦਾ ਭਾਵ ਇੱਥੇ ਹਿੰਦੀ ਭਾਸ਼ਾ ਨੂੰ ਕਿਹਾ ਗਿਆ ਹੈ, ਤਾਂ ਸਾਡਾ ਘਰ ਜੇ ਮਾਂ ਔਰ ਮਾਸੀ ਇਕੱਠੀਆਂ ਮਿਲ ਕੇ ਰਹਿਣਗੀਆਂ ਤਾਂ ਸਾਡਾ ਘਰ ਹੋਰ ਵੀ ਸੋਹਣਾ ਲੱਗੇਗਾ, ਹੋਰ ਵੀ ਜ਼ਿਆਦਾ ਫੱਬੇਗਾ। ਫੱਬਦਾ ਮਤਲਬ ਸੋਹਣਾ ਲੱਗਣਾ, ਜਚਣਾ। ਸ਼ਾਲਾ ਵਸਦਾ ਰਵੇ ਹਮੇਸ਼ ਜਹਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਪੰਜਾਬੀ ਮਾਂ ਬੋਲੀ ਨੂੰ ਅਸੀਸ ਦਿੰਦਾ ਹੋਇਆ ਅੱਗੇ ਕਹਿ ਰਿਹਾ ਹੈ ਕਿ ਰੱਬ ਕਰੇ ਪੰਜਾਬੀ ਦਾ ਜਹਾਨ ਹਮੇਸ਼ਾ ਵਸਦਾ ਰਹੇ, ਇਹ ਬੋਲੀ ਰਹਿੰਦੀ ਦੁਨੀਆ ਤੱਕ ਸਲਾਮਤ ਰਹੇ। ਤੇ ਕਵੀ ਕਹਿ ਰਿਹਾ ਹੈ ਕਿ ਸਾਡੇ ਸਰੀਰ ਦੇ ਰੋਮ ਰੋਮ ਵਿੱਚੋਂ ਹਮੇਸ਼ਾ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੁੰਦਾ ਰਹੇ। ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ, ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ। ਅੱਗੇ ਕਵੀ ਪੰਜਾਬੀ ਬੋਲੀ ਦੀ ਸਿਫਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਪੂਰੀ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲ ਚੁੱਕੀ ਹੈ, ਭਾਵ ਜਿੱਥੇ ਜਿੱਥੇ ਵੀ ਪੰਜਾਬੀ ਗਏ ਹਨ ਉੱਥੇ ਉੱਥੇ ਪੰਜਾਬੀ ਵੀ ਪਹੁੰਚ ਚੁੱਕੀ ਹੈ। ਦੁਨੀਆ ਭਰ ਵਿੱਚ ਜਿਵੇਂ ਪੰਜਾਬੀ ਰਹਿ ਰਹੇ ਹਨ, ਉੱਥੇ ਉੱਥੇ ਹੀ ਪੰਜਾਬੀ ਨੂੰ ਜਾਣਨ ਵਾਲੇ ਹੋ ਗਏ ਹਨ। ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ ਕਿ ਇਹ ਬੋਲੀ ਬਹੁਤ ਹੀ ਸਾਫ਼ ਸੁਥਰੀ, ਉਜਲੀ ਭਾਵ ਨਿਰਮਲ, ਲਿਸ਼ਕੀ ਲਿੰਬੀ ਪੋਚੀ ਮਤਲਬ ਬਿਲਕੁਲ ਸਾਫ਼ ਸੁਥਰੀ ਅਤੇ ਪਵਿੱਤਰ ਬੋਲੀ ਹੈ। ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਅੱਗੇ ਕਵੀ ਕਹਿ ਰਿਹਾ ਹੈ ਕਿ ਪੰਜਾਬੀ ਦੇ ਹੀ ਮਹਾਨ ਕਵੀ ਸੁਰਜੀਤ ਪਾਤਰ ਜੀ ਨੂੰ ਪਦਮ ਸ਼੍ਰੀ ਦੀ ਉਪਾਧੀ ਪ੍ਰਾਪਤ ਹੋਈ ਹੈ। ਇਹ ਵੀ ਪੰਜਾਬੀ ਬੋਲੀ ਲਈ ਅਤੇ ਪੰਜਾਬੀਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਵੀ ਸਾਨੂੰ ਆਪਣੇ ਜ਼ਰੇ ਜ਼ਰੇ ਤੋਂ, ਆਪਣੇ ਰੋਮ ਰੋਮ ਵਿੱਚੋਂ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਹਰ ਇੱਕ ਸੁਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ, ਮਾਂ ਬੋਲੀ ਲਿਖਵਾਵਣ ਵੇਲੇ ਕਿਉਂ ਘਬਰਾਉਂਦੇ ਹੈ। ਅੱਗੇ ਕਵੀ ਕਹਿ ਰਿਹਾ ਹੈ ਕਿ ਜਿਹੜੇ ਲੋਕ ਪੰਜਾਬ ਦੀ ਧਰਤੀ 'ਤੇ ਹਰ ਸੁੱਖ ਪ੍ਰਾਪਤ ਕਰਦੇ ਹਨ, ਭਾਵ ਕਿ ਪੰਜਾਬ ਵਿੱਚ ਰਹਿੰਦੇ ਹਨ, ਪੰਜਾਬ ਦੀ ਧਰਤੀ 'ਤੇ ਪੌਣ ਪਾਣੀ ਸਭ ਕੁਝ ਵਰਤਦੇ ਹਨ,
ਪਰ ਫਿਰ ਵੀ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਘਬਰਾਉਂਦੇ ਹਨ। ਸਭ ਤੋਂ ਵੱਡਾ ਕਰ ਇਹ ਨੁਕਸਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕਹਿੰਦਾ ਹੈ, ਅਜਿਹੇ ਲੋਕ ਹੀ ਪੰਜਾਬੀ ਦਾ ਸਭ ਤੋਂ ਵੱਡਾ ਨੁਕਸਾਨ ਕਰਦੇ ਹਨ। ਭਾਵ ਪੰਜਾਬ 'ਚ ਰਹਿ ਕੇ ਹੀ ਪੰਜਾਬੀ ਬੋਲੀ ਦੀ ਕਦਰ ਨਹੀਂ ਕਰਦੇ ਤਾਂ ਇਹ ਹੋਰ ਕੀ ਕਰਨਗੇ। ਪਰ ਸਾਨੂੰ ਕਵੀ ਇਹੀ ਸਿੱਖਿਆ ਦੇ ਰਿਹਾ ਹੈ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਰੋਮ ਰੋਮ ਤੋਂ ਪੰਜਾਬੀ ਦਾ ਸਨਮਾਨ ਕਰਨਾ ਚਾਹੀਦਾ ਹੈ। ਅੱਗੇ ਕਵੀ ਕਹਿ ਰਿਹਾ ਹੈ, ਬੱਚਿਓ, ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਲੱਚਰ ਗੀਤਾਂ ਕੀਤੀ ਮੈਲੀ ਸਾਖ ਪੰਜਾਬੀ ਦੀ, ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕਹਿ ਰਿਹਾ ਹੈ ਕਿ ਉਂਝ ਤਾਂ ਸਾਰੀ ਦੁਨੀਆ ਵਿੱਚ ਪੰਜਾਬੀ ਬੋਲੀ ਦੀ ਧਾਕ ਹੈ, ਭਾਵ ਪੰਜਾਬੀ ਬੋਲੀ ਬਹੁਤ ਹੀ ਪ੍ਰਸਿੱਧ ਹੈ, ਪਰ ਇਸ ਦੇ ਲੱਚਰ ਗੀਤ ਮਤਲਬ ਜਿਹੜੇ ਭੜਕੀਲੇ ਅਤੇ ਭੜਕਾਊ ਗੀਤ ਹੁੰਦੇ ਹਨ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਪਰ ਫਿਰ ਵੀ ਲੋਕੀ ਇਹਨਾਂ ਨੂੰ ਪਸੰਦ ਕਰੀ ਜਾਂਦੇ ਹਨ। ਅਜਿਹੇ ਗੀਤਾਂ ਨੇ ਪੰਜਾਬੀ ਬੋਲੀ ਦੀ ਸਾਖ ਨੂੰ ਬਹੁਤ ਹੀ ਗੰਦਾ ਕਰ ਦਿੱਤਾ ਹੈ। ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕਹਿ ਰਿਹਾ ਹੈ ਕਿ ਇਹ ਸਾਡੇ ਪੰਜਾਬੀ ਗੀਤਕਾਰਾਂ, ਪੰਜਾਬੀ ਗਾਇਕਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੋਹਣੇ ਗੀਤ ਗਾਣ, ਸੱਭਿਅਕ ਗੀਤ ਗਾਣ, ਜਿਨ੍ਹਾਂ ਨਾਲ ਸਾਡੇ ਪੰਜਾਬੀ ਸੱਭਿਆਚਾਰ ਦੀ ਸਾਖ ਵਧੇ ਅਤੇ ਹਰ ਕੋਈ ਪੰਜਾਬੀ ਬੋਲੀ ਦਾ, ਪੰਜਾਬੀ ਸੱਭਿਆਚਾਰ ਦਾ ਸਨਮਾਨ ਕਰੇ। ਕਵੀ ਸਾਨੂੰ ਇਸੇ ਲਈ ਕਹਿ ਰਿਹਾ ਹੈ ਕਿ ਸਾਨੂੰ ਵੀ ਆਪਣੇ ਜ਼ਰੇ ਤੋਂ ਪੰਜਾਬੀ ਬੋਲੀ ਦਾ ਮਾਣ ਕਰਨਾ ਚਾਹੀਦਾ ਹੈ, ਸਨਮਾਨ ਕਰਨਾ ਚਾਹੀਦਾ ਹੈ। ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਅੰਤ ਵਿੱਚ ਕਵੀ ਲਿਖਦਾ ਹੈ ਕਿ ਮੈਨੂੰ ਇਸਨੇ ਕਵਿਤਾ ਲਿਖਣੀ, ਭਾਵ ਉਹ ਪੰਜਾਬੀ ਬੋਲੀ ਨੂੰ ਹੀ ਸਨਮਾਨ ਦਿੰਦਾ ਹੋਇਆ ਕਹਿ ਰਿਹਾ ਹੈ ਕਿ ਜਦੋਂ ਤੋਂ ਮੈਂ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਹਨ, ਪੰਜਾਬੀ ਬੋਲੀ ਲਿਖਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਮੇਰੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਅੰਗੜਾਈ ਭਾਵ ਤਬਦੀਲੀ ਆਉਣਾ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕੀ ਕਹਿ ਰਿਹਾ ਹੈ ਕਿ ਮੇਰੀ ਹੋਂਦ ਭਾਵ ਮੇਰਾ ਇਸ ਦੁਨੀਆ ਵਿੱਚ ਹੋਣਾ ਪੰਜਾਬੀ ਦੀ ਹੀ ਦੇਣ ਹੈ। ਜਿਸ ਕਰਕੇ ਮੈਨੂੰ ਲੋਕ ਜਾਣਦੇ ਹਨ, ਉਹ ਇਹ ਪੰਜਾਬੀ ਮਾਂ ਬੋਲੀ ਦੀ ਹੀ ਦੇਣ ਹੈ, ਜਿਸ ਕਰਕੇ ਮੈਂ ਪ੍ਰਸਿੱਧੀ ਪਾ ਰਿਹਾ ਹਾਂ, ਲੋਕੀ ਮੈਨੂੰ ਜਾਣਦੇ ਹਨ। ਰਫੀਕ ਭਾਵ ਕੁਲਵੰਤ ਸਿੰਘ ਰਫੀਕ ਇੱਕ ਪਰਸਨੈਲਿਟੀ ਨੂੰ ਲੋਕ ਜਾਣਦੇ ਹਨ, ਇਹ ਪੰਜਾਬੀ ਦਾ ਹੀ ਦੇਣ ਹੈ। ਕਵੀ ਕਹਿ ਰਿਹਾ ਹੈ ਕਿ ਸਾਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਦਿਲ ਤੋਂ, ਆਪਣੇ ਰੋਮ ਤੋਂ ਪੰਜਾਬੀ ਮਾਂ ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ, ਪੰਜਾਬੀ ਹੋਣ 'ਤੇ ਮਾਣ ਕਰਨਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਇਸ ਨੂੰ ਧਿਆਨ ਨਾਲ ਪੜ੍ਹ ਲੈਣਾ, ਇਸ ਦੇ ਨਾਲ ਦਿੱਤੇ ਹੋਏ ਪ੍ਰਸ਼ਨ ਉੱਤਰਾਂ ਨੂੰ ਵੀ ਧਿਆਨ ਨਾਲ ਕਰਨਾ। ਧੰਨਵਾਦ ਬੱਚਿਓ।